की क्लास में तुहाडा सब का स्वागत है। ਆਪਾਂ 7ਵੀਂ जमात का दूजा पाठ शुरू किया हुआ सी जिसका नाम सी बचत। जिमें कि असीं पिछले भाग दे विच पढ़िया सी ते भाग 1 दे विच कि गुरलीन बहुत खुश सी कि ਉਹ एक 5ਵੀਂ जमात विच पढ़दी सी ते 5ਵੀਂ तो हुण 6ਵੀਂ दे विच होई सी ते ਉਹ बहुत खुश सी कि उसनूं अज कुछ नवां मिलेगा। नवां मतलब उसनूं एक साइकिल मिलण वाली सी। ਤਾਂ ਉਸਦੇ ਮੰਮਾ ਉਸਦੇ ਨਾਲ ਗੱਲ ਕਰ ਰਹੇ ਸੀ ਕਿ ਉਹ ਕਿੰਨੀ ਖੁਸ਼ ਹੈ। ਬੇਟੀ ਗੁਰਲੀਨ ਤੇਰਾ ਨਵਾਂ ਸਕੂਲ ਬਹੁਤ ਦੂਰ ਹੈ। ਫਿਰ ਕੀ ਹੋਇਆ ਮੰਮੀ ਜੀ, ਹੋਰ ਕੁੜੀਆਂ ਵੀ ਤਾਂ ਰੋਜ਼ ਪੜ੍ਹਨ ਜਾਂਦੀਆਂ ਨੇ। ਗੁਰਲੀਨ ਨੇ ਹੱਸ ਕੇ ਆਪਣੀ ਮੰਮੀ ਨੂੰ ਉੱਤਰ ਦਿੱਤਾ ਸੀ। ਤਾਂ ਇਸ ਤਰ੍ਹਾਂ ਉਹਦੀ ਮੰਮੀ ਨੇ ਅੱਗੋਂ ਕੀ ਕਿਹਾ ਸੀ ਕਿ ਸ਼ਾਬਾਸ਼ ਗੁਰਲੀਨ, ਮੈਂ ਸਿਰਫ ਤੇਰੀ ਹਿੰਮਤ ਦੇਖ ਰਹੀ ਸੀ। ਤੇਰੇ ਪਾਪਾ ਨੇ ਤੇਰੇ ਲਈ ਰਿਕਸ਼ੇ ਦਾ ਪ੍ਰਬੰਧ ਕਰ ਦਿੱਤਾ ਹੈ। मतलब ਉਹ ਭਾਵੇਂ ਉਸਦਾ ਸਕੂਲ ਦੂਰ ਸੀ ਪਰ ਫਿਰ ਵੀ ਉਹ ਸਕੂਲ ਜਾਣ ਦੇ ਲਈ ਬਹੁਤ ਉਤਸੁਕ ਸੀ ਅਤੇ ਉਸਦੀ ਮੰਮੀ ਨੇ ਉਸਨੂੰ ਹਿੰਮਤ ਵਧਾਉਂਦੇ ਹੋਏ ਉਸਨੂੰ ਕਿਹਾ ਕਿ ਤੇਰੇ ਲਈ ਰਿਕਸ਼ੇ ਦਾ ਪ੍ਰਬੰਧ ਹੋ ਗਿਆ ਹੈ। ਹੁਣ ਰੋਜ਼ 8 ਵਜੇ ਰਿਕਸ਼ੇ ਵਾਲਾ ਸਾਡੀ ਗੁਰਲੀਨ ਨੂੰ ਸਕੂਲ ਲੈ ਕੇ ਜਾਇਆ ਕਰੇਗਾ। ਬਾਅਦ ਦੁਪਹਿਰ ਨੂੰ ਵਾਪਸ ਘਰ ਪਹੁੰਚ ਜਾਇਆ ਕਰੇਗੀ। ਇੰਨਾ ਕਹਿੰਦੇ ਹੋਏ ਗੁਰਲੀਨ ਦੀ ਮੰਮੀ ਨੇ ਉਸਨੂੰ ਕਲਾਵੇ ਵਿੱਚ ਲੈ ਲਿਆ। ਕਲਾਵੇ ਵਿੱਚ ਮਤਲਬ ਆਪਣੀ ਬੁੱਕਲ ਦੇ ਵਿੱਚ ਲੈ ਲਿਆ। ਫਿਰ ਗੁਰਲੀਨ ਰੋਜ਼ ਹੀ ਰਿਕਸ਼ੇ ਉੱਤੇ ਸਕੂਲ ਨੂੰ ਜਾਂਦੀ ਪਰ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਅਚਾਨਕ ਇੱਕ ਦਿਨ ਗੁਰਲੀਨ ਦੇ ਪਾਪਾ ਦੀ ਇੱਕ ਦੁਰਘਟਨਾ ਦੇ ਵਿੱਚ ਲੱਤ ਟੁੱਟ ਗਈ। ਇਸ ਤਰ੍ਹਾਂ 1 ਮਹੀਨੇ ਬਾਅਦ ਰਿਕਸ਼ੇ ਵਾਲਾ ਹਟਾ ਦਿੱਤਾ ਗਿਆ। ਹਰ ਮਹੀਨੇ ਰਿਕਸ਼ੇ ਵਾਲੇ ਨੂੰ 300 ਰੁਪਏ ਦੇਣੇ ਮੁਸ਼ਕਿਲ ਹੋ ਗਏ ਸਨ। ਮੁਸ਼ਕਿਲ ਮਤਲਬ ਔਖੇ ਹੋ ਗਏ ਸਨ। ਅਤੇ ਇੱਕ ਦਿਨ ਗੁਰਲੀਨ ਨੂੰ ਉਸਦੀ ਮੰਮੀ ਨੇ ਸਮਝਾਇਆ ਕਿ ਗੁਰਲੀਨ ਦੇਖ ਪੁੱਤਰ, ਤੇਰੇ ਪਾਪਾ ਦੀ ਸੱਟ ਉੱਤੇ ਬਹੁਤ ਖਰਚ ਹੋ ਗਿਆ ਹੈ। ਤੇਰੇ ਪਾਪਾ ਨੇ ਮੈਡੀਕਲ ਛੁੱਟੀ ਲਈ ਹੈ। ਇਸ ਦੀ ਅੱਧੀ ਤਨਖਾਹ ਵੀ ਕੱਟੀ ਜਾਵੇਗੀ। ਉਸਦੀ ਮੰਮਾ ਨੇ ਉਸਨੂੰ ਸਮਝਾਉਂਦੇ ਹੋਏ ਇਹ ਸਾਰੀਆਂ ਗੱਲਾਂ ਕੀਤੀਆਂ। ਮੰਮੀ ਜੀ, ਮੈਨੂੰ ਪਤਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਗੁਰਲੀਨ ਆਪਣੇ ਘਰ ਦੀ ਹਾਲਤ ਤੋਂ ਚੰਗੀ ਤਰ੍ਹਾਂ ਜਾਣੂ ਸੀ। ਉਹ ਬਹੁਤ ਹੀ ਸਿਆਣੀ ਕੁੜੀ ਸੀ। ਬੇਟੀ ਤੂੰ ਫਿਕਰ ਨਾ ਕਰ, ਬਸ ਕੁਝ ਮਹੀਨਿਆਂ ਦੀ ਗੱਲ ਹੈ, ਅਸੀਂ ਫਿਰ ਰਿਕਸ਼ਾ ਲਵਾ ਦਿਆਂਗੇ। ਗੁਰਲੀਨ ਦੀ ਮੰਮੀ ਨੇ ਉਸਦੇ ਸਿਰ ਉੱਤੇ ਹੱਥ ਫੇਰਿਆ। ਉਸ ਨੂੰ ਦਿਲਾਸਾ ਦਿੰਦੇ ਹੋਏ ਉਸਦੀ ਮੰਮਾ ਨੇ ਕਿਹਾ ਕਿ ਕੋਈ ਗੱਲ ਨਹੀਂ, ਤੂੰ ਫਿਕਰ ਨਾ ਕਰ, ਅਸੀਂ ਥੋੜ੍ਹੇ ਟਾਈਮ ਦੇ ਲਈ ਰਿਕਸ਼ਾ ਹਟਾਵਾਂਗੇ। ਜਦੋਂ ਪਾਪਾ ਠੀਕ ਹੋ ਗਏ ਅਸੀਂ ਫਿਰ ਲਵਾ ਦਾਂਗੇ। ਤਾਂ ਅੱਗੋਂ ਗੁਰਲੀਨ ਕੀ ਕਹਿੰਦੀ ਹੈ ਕਿ ਮੰਮੀ ਜੀ, ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕਿ ਮੈਂ ਪੈਦਲ ਸਕੂਲ ਚਲ ਜਾਇਆ ਕਰਾਂਗੀ ਪਰ ਪਾਪਾ ਨਹੀਂ ਮੰਨੇ। ਪੈਦਲ ਮਤਲਬ ਉਹ ਤੁਰ ਕੇ ਹੀ ਸਕੂਲ ਚਲੀ ਜਾਇਆ ਕਰੇਗੀ। ਬੇਟੇ ਤੇਰਾ ਸਕੂਲ ਦੂਰ ਸੀ ਇਸ ਲਈ ਰਿਕਸ਼ੇ ਵਾਲੇ ਨੂੰ ਲਾਇਆ ਸੀ। ਕੋਈ ਗੱਲ ਨਹੀਂ ਮੰਮੀ ਜੀ, ਮੈਂ ਰੋਜ਼ ਪੈਦਲ ਹੀ ਸਕੂਲ ਜਾਵਾਂਗੀ ਪਰ ਮੇਰੀ ਇੱਕ ਗੱਲ ਤੁਹਾਨੂੰ ਵੀ ਮੰਨਣੀ ਪਏਗੀ। ਉਸਦੀ ਮੰਮਾ ਨੇ ਕਿਹਾ ਕੀ ਬੇਟੇ? ਉਸਦੀ ਮੰਮੀ ਨੇ ਹੈਰਾਨੀ ਨਾਲ ਦੇਖਿਆ। ਤੁਸੀਂ ਮੈਨੂੰ ਹਰ ਰੋਜ਼ ਜੇਬ ਖਰਚ ਲਈ 2 ਰੁਪਏ ਜ਼ਰੂਰ ਦਿਆ ਕਰੋਗੇ। ਇਹ ਠੀਕ ਹੈ। ਉਸੇ ਦਿਨ ਗੁਰਲੀਨ ਨੇ ਆਪਣੇ ਵੱਡੇ ਭਰਾ ਕੋਲੋਂ ਗੋਲਕ ਮੰਗਵਾ ਲਈ ਅਤੇ ਹੁਣ ਗੁਰਲੀਨ ਰੋਜ਼ ਆਪਣੀ ਮੰਮੀ ਕੋਲੋਂ ਜੇਬ ਖਰਚ ਲੈਂਦੀ ਅਤੇ ਗੋਲਕ ਵਿੱਚ ਪਾ ਦਿੰਦੀ। ਹੌਲੀ ਹੌਲੀ ਗੋਲਕ ਭਰਨ ਲੱਗ ਪਈ। ਮਤਲਬ ਉਸਦੀ ਮੰਮਾ ਨੇ ਉਸਨੂੰ 2 ਰੁਪਏ ਦੇਣੇ ਸ਼ੁਰੂ ਕੀਤੇ ਉਸਦੀ ਜੇਬ ਖਰਚੀ ਦੇ ਲਈ। ਪਰ ਤੁਸੀਂ ਦੇਖੋ ਕਿ ਗੁਰਲੀਨ ਕਿੰਨੀ ਸਿਆਣੀ ਸੀ ਕਿ ਉਸਨੇ ਉਹ 2 ਰੁਪਏ ਖਰਚੇ ਨਹੀਂ, ਉਸਨੇ ਇੱਕ ਗੋਲਕ ਮੰਗਵਾਈ ਅਤੇ ਉਸ ਦੇ ਵਿੱਚ ਉਸਨੇ ਪਾਣੇ ਸ਼ੁਰੂ ਕਰ ਦਿੱਤੇ। ਤਾਂ ਇਸ ਤਰ੍ਹਾਂ ਮਤਲਬ ਉਸਨੇ ਬੱਚਤ ਜੋ ਹੈ ਉਹ ਕਰਨੀ ਸ਼ੁਰੂ ਕਰ ਦਿੱਤੀ। ਅੱਗੇ ਦੇਖੋ ਕਿ ਘਰ ਵਿੱਚ ਸਭ ਤੋਂ ਛੋਟੀ ਸੀ ਗੁਰਲੀਨ। ਜਦੋਂ ਵੀ ਕੋਈ ਮਹਿਮਾਨ ਘਰ ਆਉਂਦਾ ਤਾਂ ਉਹ ਜਾਣ ਵੇਲੇ ਗੁਰਲੀਨ ਨੂੰ ਕੁਝ ਰੁਪਏ ਦੇ ਜਾਂਦਾ। ਗੁਰਲੀਨ ਸਾਰੇ ਪੈਸੇ ਗੋਲਕ ਵਿੱਚ ਪਾ ਦਿੰਦੀ। ਫਿਰ ਰੱਖੜੀ ਆਈ। ਉਸਦੇ ਮਾਮਾ ਜੀ ਤੇ ਵੱਡੇ ਭਰਾ ਨੇ ਉਸਨੂੰ ਕਾਫੀ ਸਾਰੇ ਰੁਪਏ ਦਿੱਤੇ। ਉਸਨੇ ਸਾਰੇ ਗੋਲਕ ਵਿੱਚ ਪਾ ਦਿੱਤੇ। ਮਤਲਬ ਉਸਨੂੰ ਕਿੱਥੋਂ ਵੀ ਕੋਈ ਵੀ ਪੈਸਾ ਮਿਲਦਾ ਤਾਂ ਉਹ ਉਸਨੂੰ ਖਰਚਣ ਦੀ ਬਜਾਏ ਉਸਨੂੰ ਉਸ ਗੋਲਕ ਦੇ ਵਿੱਚ ਪਾ ਦਿੰਦੀ ਸੀ। ਫਿਰ ਦੀਵਾਲੀ ਆ ਗਈ। ਘਰ ਵਿੱਚ ਮਿਠਾਈ ਅਤੇ ਪਟਾਕੇ ਆਏ ਪਰ ਗੁਰਲੀਨ ਨੇ ਜਿੱਦ ਫੜ ਲਈ ਕਿ ਉਹ ਆਪਣੇ ਵੱਖਰੇ ਪਟਾਕੇ ਲਿਆਵੇਗੀ। ਉਸਨੂੰ ਵੱਖਰੇ ਪੈਸੇ ਚਾਹੀਦੇ ਹਨ। ਮਤਲਬ ਉਸ ਦਾ ਇਰਾਦਾ ਕੀ ਸੀ ਕਿ ਮੈਂ ਇਹਨਾਂ ਮਿਠਾਈਆਂ ਦੇ ਉੱਤੇ ਜਾਂ ਪਟਾਕਿਆਂ ਦੇ ਉੱਤੇ ਪੈਸੇ ਵੇਸਟ ਨਹੀਂ ਕਰਨੇ, ਮੈਨੂੰ ਵੱਖਰੇ ਪੈਸੇ ਚਾਹੀਦੇ ਨੇ। ਅਤੇ ਉਹ ਆਪਣੇ ਪੈਸੇ ਉਹ ਵੀ ਬਚਾਉਣਾ ਚਾਹੁੰਦੀ ਸੀ ਅਤੇ ਉਸਨੂੰ ਹੋਰ ਪੈਸੇ ਦਿੱਤੇ ਗਏ। ਗੁਰਲੀਨ ਨੇ ਪਟਾਕੇ ਨਾ ਖਰੀਦੇ, ਸਾਰੇ ਨੋਟ ਗੋਲਕ ਵਿੱਚ ਪਾ ਦਿੱਤੇ। ਇੱਕ ਰਾਤ ਉਸਨੇ ਆਪਣੀ ਗੋਲਕ ਅਲਮਾਰੀ ਵਿੱਚੋਂ ਕੱਢੀ
ਤਾਂ ਉਸਨੇ ਆਪਣੀ ਮੰਮੀ ਦੇ ਨਾਲ ਕੁਝ ਗੱਲਾਂ ਕੀਤੀਆਂ। ਕਹਿੰਦੀ ਕਿ ਮੰਮੀ ਜੀ ਆਓ ਗੋਲਕ ਦੇ ਰੁਪਏ ਗਿਣੀਏ। ਗੁਰਲੀਨ ਦੇ ਚਿਹਰੇ ਉੱਤੇ ਖੁਸ਼ੀ ਦੀ ਲਾਲੀ ਸੀ। ਬੇਟੇ ਅਜੇ ਕਿੰਨੇ ਕੁ ਹੋਏ ਹੋਣੇ ਨੇ? ਉਸਦੀ ਮੰਮੀ ਨੇ ਉਸ ਵੱਲ ਕੋਈ ਧਿਆਨ ਨਾ ਦਿੱਤਾ। ਨਹੀਂ ਮੰਮੀ ਜੀ, ਤੁਸੀਂ ਇੱਕ ਵਾਰ ਗੋਲਕ ਭੰਨ ਕੇ ਤਾਂ ਦੇਖੋ, ਮਤਲਬ ਗੋਲਕ ਤੋੜ ਕੇ ਤਾਂ ਦੇਖੋ। ਉਸਨੇ ਆਪਣੀ ਗੱਲ ਨੂੰ ਦੁਹਰਾਇਆ। ਮਤਲਬ ਉਸਨੇ ਆਪਣੀ ਮੰਮਾ ਨੂੰ ਕਿਹਾ ਕਿ ਜਦੋਂ ਉਸਦੀ ਮੰਮਾ ਨੇ ਕਿਹਾ ਕਿ ਨਹੀਂ ਇਸ ਦੇ ਵਿੱਚ ਕਿੰਨੇ ਕੁ ਰੁਪਏ ਹੋਣੇ ਨੇ, ਹੁਣ ਥੋੜ੍ਹਾ ਕੁ ਟਾਈਮ ਤਾਂ ਹੋਇਆ, ਪਰ ਕਹਿੰਦੀ ਕੋਈ ਗੱਲ ਨਹੀਂ, ਤੁਸੀਂ ਗੋਲਕ ਨੂੰ ਤੋੜ ਕੇ ਤਾਂ ਦੇਖੋ ਇਹਦੇ ਵਿੱਚ ਕੀ ਹੈ। ਮੈਂ ਦੇਖਦਾ ਹਾਂ ਗੁਰਲੀਨ ਦੀ ਗੋਲਕ ਵਿੱਚ ਕਿੰਨੇ ਪੈਸੇ ਹਨ। ਉਸਦੇ ਪਾਪਾ ਅੰਦਰ ਆਉਂਦੇ ਹੋਏ ਬੋਲੇ। ਹੁਣ ਉਸਦੇ ਪਾਪਾ ਵੀ ਆ ਗਏ ਤਾਂ ਉਹ ਕਹਿੰਦਾ ਮੈਂ ਦੇਖਦਾ ਵੀ ਗੋਲਕ ਦੇ ਵਿੱਚ ਕਿੰਨੇ ਕੁ ਪੈਸੇ ਨੇ। ਨਹੀਂ ਪਾਪਾ, ਪਹਿਲਾਂ ਮੰਮੀ ਜੀ ਨੂੰ ਵੀ ਸੱਦੋ। ਕਹਿੰਦੇ ਪਹਿਲਾਂ ਮੰਮਾ ਨੂੰ ਵੀ ਬੁਲਾਓ। ਗੁਰਲੀਨ ਆਪਣੀ ਜਿੱਦ ਉੱਤੇ ਅੜੀ ਹੋਈ ਸੀ ਅਤੇ ਲਓ ਮੈਂ ਵੀ ਆ ਗਈ। ਉਸਦੀ ਮੰਮੀ ਰਸੋਈ ਵਿੱਚੋਂ ਬਾਹਰ ਆ ਗਈ ਅਤੇ ਉਸਨੇ ਬੋਲਿਆ ਹੁਣ ਗੋਲਕ ਭੰਨੀ ਅਤੇ ਰੁਪਏ ਗਿਣੇ ਗਏ। ਗਿਣਤੀ 1230 ਉੱਤੇ ਰੁਕ ਗਈ। ਮਤਲਬ ਗੋਲਕ ਜਿਸ ਦੇ ਵਿੱਚ ਉਸਨੇ ਥੋੜ੍ਹੇ ਪੈਸੇ ਪਾਣੇ ਸ਼ੁਰੂ ਕੀਤੇ ਸੀ 2 ਰੁਪਏ ਤੋਂ ਸ਼ੁਰੂ ਕਰਕੇ, ਤਾਂ ਹੁਣ ਜਦੋਂ ਉਸਨੇ ਗੋਲਕ ਭੰਨੀ ਤਾਂ ਉਹਦੇ ਵਿੱਚੋਂ 1230 ਰੁਪਏ ਤਾਂ ਨਿਕਲ ਗਏ। ਤਾਂ 1230 ਗੁਰਲੀਨ ਦੀ ਮੰਮੀ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ। ਮਤਲਬ ਹੈਰਾਨੀ ਦੇ ਨਾਲ ਦੇਖਣ ਲੱਗੀ ਵੀ 1230 ਰੁਪਏ ਇਸ ਦੇ ਵਿੱਚ ਇਕੱਠੇ ਹੋ ਗਏ। ਚਲੋ ਗੁਰਲੀਨ ਲਈ ਫਿਰ ਰਿਕਸ਼ਾ ਲਵਾ ਦਿਓ। ਉਸਦੀ ਮੰਮੀ ਬੋਲੀ। ਨਹੀਂ, ਹੁਣ ਅੱਗੋਂ ਗੁਰਲੀਨ ਨੇ ਜਵਾਬ ਦਿੱਤਾ ਜਦੋਂ ਉਸਦੀ ਮੰਮਾ ਨੇ ਕਿਹਾ ਕਿ ਚਲੋ 1200 ਰੁਪਏ ਤਾਂ ਹੋ ਹੀ ਗਏ ਨੇ, ਇਸ ਨੂੰ ਰਿਕਸ਼ਾ ਲਵਾ ਦਿੰਦੇ ਆਪਾਂ। ਪਰ ਗੁਰਲੀਨ ਨੇ ਅੱਗੋਂ ਜਵਾਬ ਦਿੱਤਾ ਕਿ ਨਹੀਂ, ਮੈਨੂੰ ਨਵਾਂ ਸਾਈਕਲ ਲਿਆ ਕੇ ਦਿਓ। ਗੁਰਲੀਨ ਲਾਡ ਨਾਲ ਬੋਲੀ। ਕਹਿੰਦੀ ਮੈਂ ਰਿਕਸ਼ਾ 'ਤੇ ਨਹੀਂ ਜਾਣਾ, ਮੈਨੂੰ ਤਾਂ ਆਪਣਾ ਨਵਾਂ ਸਾਈਕਲ ਚਾਹੀਦਾ ਹੈ। ਹਾਂ ਗੁਰਲੀਨ ਠੀਕ ਕਹਿੰਦੀ ਹੈ, ਰਿਕਸ਼ੇ ਵਾਲਾ ਹਰ ਮਹੀਨੇ 300 ਰੁਪਏ ਲੈਂਦਾ ਹੈ, ਇਸ ਨੂੰ ਨਵਾਂ ਸਾਈਕਲ ਲਿਆ ਦਿਓ। ਗੁਰਲੀਨ ਦੀ ਮੰਮੀ ਤੋਂ ਪਹਿਲਾਂ ਉਸਦਾ ਵੱਡਾ ਭਰਾ ਬੋਲਿਆ। ਹੁਣ ਉਸਦੇ ਬ੍ਰਦਰ ਨੇ ਵੀ ਉਸਨੂੰ ਕਹਿਣਾ ਸ਼ੁਰੂ ਕਰਤਾ ਕਿ ਨਹੀਂ, ਇਸ ਨੂੰ ਸਾਈਕਲ ਹੀ ਲੈ ਕੇ ਦਿਆਂਗੇ ਆਪਾਂ, ਰਿਕਸ਼ੇ ਦੇ ਉੱਤੇ ਨਹੀਂ ਭੇਜਾਂਗੇ। ਸਾਈਕਲ ਕਿਹੜਾ 1200 ਰੁਪਏ ਵਿੱਚ ਆ ਜਾਣਾ। ਬਾਕੀ ਤਾਂ ਉਸਦੀ ਮੰਮੀ ਜੋ ਸੀ ਉਹ ਬੋਲੀ ਕਿ ਸਾਈਕਲ ਕਿਹੜਾ 1200 'ਚ ਆ ਜਾਏਗਾ ਅਤੇ ਬਾਕੀ ਪੈਸੇ ਕੌਣ ਪਾਊਗਾ। ਅੱਗੇ ਦੇਖੋ ਕਹਿੰਦਾ ਬਾਕੀ ਪੈਸੇ ਮੈਂ ਪਾਵਾਂਗਾ, ਆਪਣੀ ਬੇਟੀ ਨੂੰ ਮੈਂ ਕੱਲ੍ਹ ਹੀ ਨਵਾਂ ਸਾਈਕਲ ਲਿਆ ਕੇ ਦੇਵਾਂਗਾ। ਗੁਰਲੀਨ ਦੇ ਪਾਪਾ ਨੇ ਜਵਾਬ ਦਿੱਤਾ। ਅੱਜ ਗੁਰਲੀਨ ਇਸੇ ਕਰਕੇ ਇੰਨੀ ਖੁਸ਼ ਸੀ, ਉਸ ਦੇ ਪਾਪਾ ਨੇ ਉਸ ਲਈ ਨਵਾਂ ਸਾਈਕਲ ਲੈ ਕੇ ਆਉਣਾ ਸੀ। ਉਹ ਕਦੇ ਗਲੀ ਵਿੱਚ ਆਉਂਦੀ ਅਤੇ ਕਦੇ ਕੋਠੇ ਚੜ੍ਹ ਕੇ ਸੜਕ ਵੱਲ ਦੇਖਦੀ। ਅਚਾਨਕ ਬਾਹਰ ਸਾਈਕਲ ਦੀ ਘੰਟੀ ਵੱਜ ਗਈ। ਜਦੋਂ ਘੰਟੀ ਵੱਜੀ ਅਤੇ ਉਹ ਖੁਸ਼ੀ ਦੇ ਨਾਲ ਭੱਜੀ ਗਈ ਕਿ ਮੇਰਾ ਨਵਾਂ ਸਾਈਕਲ। ਗੁਰਲੀਨ ਖੁਸ਼ੀ ਵਿੱਚ ਨੱਚ ਉੱਠੀ। ਉਸਦੇ ਸਾਹਮਣੇ ਉਸਦੇ ਪਾਪਾ ਨਵਾਂ ਸਾਈਕਲ ਲੈ ਕੇ ਖੜ੍ਹੇ ਸਨ। ਤਾਂ ਮਤਲਬ ਉਸਦੀ ਜੋ ਖੁਸ਼ੀ ਸੀ ਉਹ ਇੰਨੀ ਜ਼ਿਆਦਾ ਸੀ ਕਿ ਉਸਦੇ ਪਾਪਾ ਨੇ ਉਸਨੂੰ ਨਵਾਂ ਸਾਈਕਲ ਲਿਆ ਕੇ ਦਿੱਤਾ। ਪਰ ਉਸ ਤੋਂ ਵੱਡੀ ਖੁਸ਼ੀ ਉਸਨੂੰ ਉਹ ਸੀ ਕਿ ਇਹ ਸਾਰੇ ਪੈਸੇ ਉਸਨੇ ਆਪ ਬਚਾਏ ਹੋਏ ਸੀ। ਇਹ ਸਾਰੇ ਪੈਸੇ ਉਸਨੇ ਕਿਸੇ ਤੋਂ ਮੰਗੇ ਨਹੀਂ ਸੀ। ਇਹ ਸਾਰੇ ਪੈਸੇ ਉਸਦੇ ਪਾਪਾ ਨੇ ਜਾਂ ਮੰਮਾ ਨੇ ਨਹੀਂ ਪਾਏ ਸੀ, ਉਸਦੀ ਆਪਣੀ ਬੱਚਤ ਸੀ। ਤਾਂ ਤੁਸੀਂ ਦੇਖੋ, ਕਿੱਥੇ ਤਾਂ ਉਹ ਹਰ ਮਹੀਨੇ 300 ਰੁਪਏ ਰਿਕਸ਼ੇ ਵਾਲੇ ਨੂੰ ਦਿੰਦੇ ਸੀ, ਤਾਂ ਕਿੱਥੇ ਹੁਣ ਉਹ ਆਪਣੇ 1200 ਰੁਪਏ ਜਿਹੜੇ ਉਸਨੇ ਜੋੜੇ ਸੀ, 1200 ਤੋਂ ਵੱਧ ਹੀ ਸੀ, ਤਾਂ ਕੁਝ ਕੁ ਪੈਸੇ ਹੋਰ ਪੈਣੇ ਸੀ ਅਤੇ ਉਹਦੀ ਨਵੀਂ ਸਾਈਕਲ ਆ ਜਾਣੀ ਸੀ। ਤਾਂ ਇਸ ਤਰ੍ਹਾਂ ਉਹਨੇ ਬੱਚਤ ਕਰਕੇ ਆਪਣੇ ਲਈ ਇੱਕ ਨਵਾਂ ਸਾਈਕਲ ਖਰੀਦ ਲਿਆ। ਤਾਂ ਤੁਸੀਂ ਦੇਖੋ, ਜਿਹੜੇ ਬੱਚੇ ਇਹੋ ਜਿਹੇ ਹੁੰਦੇ ਨੇ ਕਿ ਹਾਂ ਵੀ ਜਿਸ ਤੋਂ ਵੀ ਕੁਝ ਮਿਲਿਆ, ਮੰਮਾ ਨੇ ਦਿੱਤੇ ਪੈਸੇ ਉਹ ਵੀ ਖਰਚ ਲਓ, ਪਾਪਾ ਨੇ ਦਿੱਤੇ ਉਹ ਵੀ ਖਰਚ ਲਓ, ਕੋਈ ਰਿਸ਼ਤੇਦਾਰ ਦੇ ਕੇ ਗਿਆ ਉਹ ਵੀ ਖਰਚ ਲਓ, ਮਤਲਬ ਬੱਚੇ ਖਰਚ ਜਾਂਦੇ ਹੈ। ਪਰ ਗੁਰਲੀਨ ਵਰਗੇ ਸਿਆਣੇ ਬੱਚੇ ਹਮੇਸ਼ਾ ਬੱਚਤ ਦੇ ਬਾਰੇ ਵਿੱਚ ਸੋਚਦੇ ਨੇ। ਉਹ ਕਦੀ ਵੀ ਆਪਣਾ ਪੈਸਾ 1 ਰੁਪਈਆ ਵੀ ਵੇਸਟ ਨਹੀਂ ਕਰਦੇ। ਤਾਂ ਇਸ ਤਰ੍ਹਾਂ ਪਿਆਰੇ ਬੱਚਿਓ, ਤੁਸੀਂ ਵੀ ਆਪਣੇ ਵਿੱਚ ਬਚਪਨ ਤੋਂ ਹੀ ਇਹ ਆਦਤ ਪਾਓ ਕਿ ਤੁਸੀਂ ਹਮੇਸ਼ਾ ਪੈਸੇ ਨੂੰ ਬਚਾ ਕੇ ਹੀ ਰੱਖਣਾ ਹੈ, ਕਿਉਂਕਿ ਇਹ ਸਾਨੂੰ ਔਖੇ ਵੇਲੇ ਕੰਮ ਆਉਂਦਾ ਹੈ। ਜੇ ਸਾਡੇ ਕੋਲ ਬਚਤ ਹੋਏਗੀ ਤਾਂ ਸਾਡੇ ਭਵਿੱਖ ਦੇ ਵਿੱਚ ਜੇ ਸਾਨੂੰ ਲੋੜ ਹੁੰਦੀ ਹੈ ਤਾਂ ਅਸੀਂ ਉਸਨੂੰ ਵਰਤੋਂ ਵਿੱਚ ਲਿਆ ਸਕਦੇ ਹਾਂ। ਇਹ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਸੀਂ ਇਸ ਲੈਸਨ ਨੂੰ ਚੰਗੀ ਤਰ੍ਹਾਂ ਸੁਣੋ। ਧੰਨਵਾਦ।